क्योंकि मेरे ख्याल 2 दिन होए इलैक्शन नूं ते 2 दिनां दे विच गिफ्ट दिता हैगा बेसिकली पंजाब दे लोकां नूं। आम आदमी पार्टी की सरकार पर तंज कसते हुए कांग्रेसी विधायकों ने की कुछ इस तरह की बातें। इंडस्ट्री में बहुत ज़्यादा नुकसान होएगा। कांग्रेस के जालंधर कैंट से विधायक प्रगट सिंह ने कहा कि पिछले दिनों हुई इलेक्शन में वे चाहे हार गए, किंतु इलेक्शन खत्म होने के बाद पंजाब सरकार ने जो पंजाब के लोगों को गिफ्ट दिया है, जिसमें उन्होंने बिजली की कीमतों में बढ़ोतरी कर दी, इससे पंजाब के लोगों पर काफ़ी बोझ पड़ेगा। 2 दिन के बाद जालंधर में होने वाली कैबिनेट मीटिंग पर प्रगट सिंह ने कहा कि ये अच्छी बात है कि अगर पंजाब के मुख्यमंत्री जालंधर में कोई अच्छा काम करने जा रहे हैं तो हम उनकी सराहना करते हैं। अगर सरकार जालंधर के लिए कुछ करना चाहती है तो हम उनका स्वागत करते हैं। वहीं उन्होंने पटियाला में हुई बेअदबी की घटना को लेकर बोला कि वैसे तो हमारा देश धार्मिक भावनाओं को लेकर काफ़ी सेंसिटिव है और सेंसिटिविटी और भी बढ़ जाती है जब कोई धार्मिक स्थानों पर बेअदबी जैसी घटना घटित होती है, तो जाहिर सी बात है कि किसी ने इमोशनली वहां गोली चला दी होगी। वहीं आदमपुर से कांग्रेसी विधायक सुखविंदर सिंह कोटली ने कहा कि सीएम साहब ने खुद कहा था कि 600 यूनिट से एक भी यूनिट ऊपर आया तो सारा बिल देना होगा, और साथ ही उन्होंने कहा कि मुख्यमंत्री जी को ये भी सोचना चाहिए कि अब गर्मियों के दिनों में बिजली की खपत और भी बढ़ने वाली है। वहीं दूसरी ओर पंजाब कांग्रेस प्रधान अमरिंदर सिंह राजा वड़िंग ने कहा कि आम आदमी पार्टी ने लोगों को बहुत बड़ा धोखा दिया है। जालंधर के लोगों ने आपको फतवा सुनाकर जिताया है और जीतते ही पंजाब सरकार ने बिजली के बिलों में बढ़ोतरी कर दी। ये सरकार का सरासर पंजाब के लोगों के साथ धक्का कर रही है। हाँ जी, बहुत वड्डा जिहड़ा धोखा है मैं समझदा कि आम आदमी पार्टी ने और खास करके मुख मंत्री पंजाब ने पंजाब के लोगों नाल कीता। हजे 2 दिन होए है जलंधर वालियां ने फतवा दिता। मैं इस करके कहंदा सी कि किरपा करके इन्हां नूं तुसीं इन्हां दे खिलाफ वोटां पाओ ਤਾਂ ਜੋ ਇਹਨਾਂ ਨੂੰ ਥੋੜਾ ਮੋਟਾ ਅਕਲ ਟਿਕਾਣੇ ਰਵੇ। ਅੱਜ ਤੁਸੀਂ ਦੇਖਿਆ ਹੋਣਾ ਕਿ 0 ਤੋਂ 100 ਤੱਕ ਇਹਨਾਂ ਨੇ ਮੇਰਾ ਖਿਆਲ 75 ਪੈਸੇ 70 ਪੈਸੇ ਪਰ ਯੂਨਿਟ ਵਧਾਇਆ। 101 ਤੋਂ ਲੈ ਕੇ 200 ਤੱਕ 80 ਪੈਸੇ ਵਧਾਇਆ ਤੇ ਜਿਹੜੇ 300 ਤੋਂ ਉੱਪਰ ਵਾਲੇ ਉਹਨਾਂ ਨੂੰ 45 ਪੈਸੇ ਵਧਾਇਆ ਹੈ। ਮੈਨੂੰ ਲੱਗਦਾ ਹੈ ਕਿ ਜਿੰਨੇ ਲਾਭਪਾਤਰੀ ਸੀ ਹੁਣ ਗਰਮੀ 'ਚ ਕੰਜ਼ੰਪਸ਼ਨ ਵੱਧ ਜਾਂਦੀ ਹੈ, ਸੋ ਅੱਧੇ ਰਹਿ ਜਾਣਗੇ ਉਹ, ਕਿਉਂਕਿ ਮੈਂ ਕੱਲ੍ਹ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਸਸਟੇਨੇਬਲ ਕੰਮ ਹੈ ਨਹੀਂ। 20,000 ਕਰੋੜ ਰੁਪਇਆ ਇਹਨਾਂ ਨੇ ਹੁਣ ਦਿੱਤਾ ਸੀ, ਪਿੱਛੇ ਜੇ 31,000 ਕਰੋੜ ਰੁਪਏ ਦਾ ਕਰਜ਼ ਲਿਆ ਸੀ, 500 ਕਰੋੜ ਰੁਪਏ ਦਾ ਕਰਜ਼ ਲੈ ਕੇ ਤਨਖਾਹਾਂ ਦਿੱਤੀਆਂ ਸੀ। PSPCL ਦਾ ਮਤਲਬ ਕਿ ਜਨਾਜ਼ਾ ਨਿਕਲਿਆ ਪਿਆ ਸੀਗਾ। ਇਸ ਕਰਕੇ ਇਹਨਾਂ ਨੂੰ ਇਹ ਜਿਹੜੇ ਰੇਟ ਵਧਾਉਣੇ ਪਏ, ਇਹ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਪਹਿਲਾਂ ਵੀ ਇਹਨਾਂ ਨੇ ਡੀਜ਼ਲ ਦੇ ਵੈਟ ਦੇ ਰੇਟ ਵਧਾ ਦਿੱਤੇ ਗਏ ਸੀ, ਪੈਟਰੋਲ ਦੇ ਵਧਾ ਦਿੱਤੇ ਗਏ ਸੀ। ਮੈਨੂੰ ਯਾਦ ਹੈ ਭਗਵੰਤ ਮਾਨ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਆ ਜਿਹੜੇ PPA ਐਗਰੀਮੈਂਟ ਹੈ ਇਹ ਅਸੀਂ ਕੈਂਸਲ ਕਰਾਂਗੇ, ਜਿਹੜੇ ਥਰਮਲ ਪਲਾਂਟਸ ਨਾਲ ਅਕਾਲੀ ਦਲ ਸਰਕਾਰ ਕਰਕੇ ਗਈ ਸੀ, ਇਹ ਮਹਿੰਗੀ ਬਿਜਲੀ ਦੇ ਰਹੇ। ਅੱਜ ਨਾ ਕੋਈ ਉਹਨਾਂ ਦੀ ਗੱਲ ਕਰ ਰਿਹਾ। ਇੰਡਸਟਰੀ ਇੱਥੋਂ ਬਾਹਰ ਜਾ ਰਹੀ ਹੈ ਬਿਕੋਜ਼ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਬਿਜਲੀ ਦੇ ਬਿੱਲ ਰੋਜ਼ ਵਧਾਏ ਜਾ ਰਹੇ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾਸਰ ਧੱਕਾ ਹੈ। ਇਹਦੇ ਤੇ ਅਸੀਂ ਬਿਲਕੁਲ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਪੰਜਾਬ ਤੇ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ ਕਿਉਂਕਿ ਬਿਜਲੀ ਇਹ ਦੇ ਹੀ ਨਹੀਂ ਸਕਦੇ। ਅਸੀਂ ਵਾਰ-ਵਾਰ ਵਿਧਾਨ ਸਭਾ 'ਚ ਵੀ ਕਿਹਾ ਸੀ ਵੀ ਕਿੱਦਾਂ ਤੁਸੀਂ ਬਿਜਲੀ ਦਿਓਗੇ ਕਿਵੇਂ। ਸੋ ਜਿਵੇਂ ਦਿੱਲੀ ਦੇ ਅੰਦਰ ਬਿਜਲੀ ਜਿਹੜੀ ਮੁਫਤ ਬਿਜਲੀ ਸੀ ਜਾਂ ਜਿਹਦੇ ਤੇ ਸਬਸਿਡੀ ਦਿੰਦੇ ਸੀ ਉਹ ਖਤਮ ਹੋ ਗਿਆ ਕੰਮ। ਇੱਥੇ ਵੀ ਆਉਣ ਵਾਲੇ ਦਿਨਾਂ 'ਚ ਇਹੀ ਹਾਲਾਤ ਹੋਣੇ ਕਿਉਂਕਿ ਜਿਹੜੀ ਸੂਬੇ ਦੇ ਵਿੱਤੀ ਹਾਲਾਤ ਹਨ ਉਹਨਾਂ ਦਾ ਬਹੁਤ ਮਾੜਾ ਹਾਲ ਹੈ। सीएम मान ने बिजली दरां दा एक ट्वीट भी किया कि ਉਹਦੇ ਵਿੱਚ ਬੋਲਿਆ ਬਿਜਲੀ ਦੀ ਜਿਹੜੀ ਦਰਾਂ ਹੈ ਉਹਦੇ ਵਿੱਚ ਵਾਧਾ ਕੀਤਾ ਗਿਆ ਪਰ ਸਰਕਾਰ ਖਰਚਾ ਦੇਵੇਗੀ, ਆਮ ਲੋਕਾਂ ਨੂੰ ਇਸ ਦਾ ਜਿਹੜਾ ਖਮਿਆਜ਼ਾ ਨਹੀਂ ਖਰਚਾ ਕਿਉਂ ਦੇਗੀ? ਫਿਰ ਬਿਜਲੀ ਦਰਾਂ ਦਾ ਵਧਾਉਣ ਦੀ ਲੋੜ ਹੀ ਨਹੀਂ, ਤੁਸੀਂ ਵਧਾ ਦਿੰਦੇ, ਆਪ ਹੀ ਦੇ ਦਿੰਦੇ ਹੋ ਪੈਸੇ ਤਾਂ। ਸੋ ਚੰਗੀ ਗੱਲ ਹੈ ਜੇ ਫਿਰ ਇਹ ਚਾਹੁੰਦੇ ਫਿਰ ਦੇਣਗੇ ਕਿੱਥੋਂ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਹਜੇ ਤਾਂ ਬਹੁਤ ਸਾਰੀਆਂ ਇਹਨਾਂ ਦੀਆਂ ਗਰੰਟੀਆਂ ਪਈਆਂ। ਮੈਂ ਕਿਹਾ 31,000 ਕਰੋੜ ਰੁਪਏ ਦਾ ਪਹਿਲਾਂ ਕਰਜ਼ਾ ਲੈ ਲਿਆ, 35,000 ਕਰੋੜ ਰੁਪਏ ਦੀ ਤਜਵੀਜ਼ ਰੱਖਦੀ। ਆਪ ਹੀ ਸਰਕਾਰ ਭਾਅ ਵਧਾ ਰਹੀ ਹੈ, ਆਪ ਹੀ ਕਹਿ ਰਹੀ ਹੈ ਬਿਜਲੀ ਦਰ ਦੇ ਅਸੀਂ ਉਹ ਖਰਚਾ ਲੋਕਾਂ 'ਤੇ ਵਾਧੂ ਬੋਝ ਨਹੀਂ ਪਏਗਾ, ਉਹ ਪੈਸੇ ਅਸੀਂ ਦੇਵਾਂਗੇ। ਕਿੱਥੋਂ ਲਿਆਉਣਗੇ ਪੈਸਾ ਉਹ? ਅਲਟੀਮੇਟਲੀ ਭਗਵੰਤ ਮਾਨ ਸਾਹਿਬ ਨੇ ਆਪਦੀ ਜੇਬ 'ਚੋਂ ਤਾਂ ਦੇਣੇ ਨਹੀਂ ਉਹ ਪੈਸੇ। ਸਰਕਾਰ ਕਿੱਥੋਂ ਦੇਊਗੀ ਪੈਸਾ? ਸਰਕਾਰ ਵਾਧੂ ਜਿਹੜਾ ਬੋਝ ਲੋਕਾਂ 'ਤੇ ਪਾਉਣਗੇ, ਪਹਿਲਾਂ ਵੈਟ ਦਾ ਜਿਹੜਾ ਪਾਇਆ ਉੱਥੋਂ ਹੀ ਇਹ ਕਲੈਕਸ਼ਨ ਕਰਨਗੇ, ਟੈਕਸ ਪੇਅਰ ਤੋਂ ਹੀ ਪੈਸਾ ਆਏਗਾ। ਪਟਿਆਲਾ ਦੇ ਵਿੱਚ ਕੱਲ ਰਾਤ ਜਿਹੜੀ ਘਟਨਾ ਵਾਪਰੀ ਹੈਗੀ, ਇੱਕ ਮਹਿਲਾ
ਆਰੋਪ ਵੀ ਇਹ ਸੀਗਾ ਕਿ ਉੱਥੇ ਨਸ਼ੇ ਦਾ ਸੇਵਨ ਕਰਦੇ ਸੀ। ਸੋ ਦੇਖੋ ਜੀ, ਮੈਨੂੰ ਉਸ ਕਹਾਣੀ ਬਾਰੇ ਪਤਾ ਨਹੀਂ, ਮੈਂ ਸੁਣੀ ਸੁਣਾਈ ਗੱਲ ਹੈ ਇਹ। ਮੈਂ ਵੀ ਸੁਣਿਆ ਸੀ ਕਿ ਉੱਥੇ ਨਸ਼ੇ ਦਾ ਸੇਵਨ ਹੋ ਰਿਹਾ ਸੀ, ਇਸ ਕਰਕੇ ਹੋਇਆ। ਬਟ ਇਹੋ ਜਿਹੀਆਂ ਘਟਨਾਵਾਂ ਕੋਈ ਇੱਕ ਹੋਈ ਹੋਵੇ ਤਾਂ ਬੰਦੇ ਨੂੰ ਦਿਮਾਗ 'ਚ ਰਵੇ। ਰੋਜ਼ਾਨਾ ਇਹੋ ਜਿਹੀਆਂ ਘਟਨਾ, ਦਿਨ ਦਿਹਾੜੇ ਗੈਂਗਸਟਰ ਗੋਲੀਆਂ ਚਲਾਉਂਦੇ ਨੇ, ਦਿਨ ਦਿਹਾੜੇ ਇਹ ਰੋਜ਼ ਕਤਲੇਆਮ ਹੁੰਦਾ ਹੈ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਹੁਤ ਮਾੜੀ ਹੈ। ਕਾਂਗਰਸ ਦੇ ਜਿਹੜੇ ਰਾਸ਼ਟਰੀ ਅਧਿਕਸ਼ ਨੇ ਮਲਕਾ ਅਰਜੁਨ ਖੜਕੇ, ਉਹਨਾਂ ਨੂੰ ਸੰਗਰੂਰ ਜ਼ਿਲ੍ਹਾ ਅਦਾਲਤ ਤੋਂ ਮਾਨਹਾਨੀ ਮਾਮਲੇ ਦੇ ਵਿੱਚ ਨੋਟਿਸ ਭੇਜਿਆ ਗਿਆ ਹੈ। ਮੈਨੂੰ ਲੱਗਦਾ ਕਿ ਹਾਂ, ਨੋਟਿਸ ਕਿਸੇ ਨੇ ਲਿਖਿਆ ਕਿ ਸੰਮਨ ਭੇਜਿਆ ਗਿਆ। ਸੰਮਨ ਨਹੀਂ ਹੈ, ਨੋਟਿਸ ਹੈ। ਔਰ ਨੋਟਿਸ ਕਦੇ ਕਿਸੇ ਨੂੰ ਵੀ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਠੀਕ ਨਹੀਂ ਲਿਖਿਆ ਗਿਆ। ਮਲਿਕ ਅਰਜੁਨ ਖੜਗੇ ਸਾਹਿਬ ਦਾ ਉਹ ਨਾਮ ਹੀ ਠੀਕ ਨਹੀਂ। ਉਹ ਮੈਂ ਸੰਮਨ ਦੀ ਕਾਪੀ ਮੇਰੇ ਕੋਲ ਆਈ ਹੈ, ਲੇਕਿਨ ਕਿਸੇ ਅਖਬਾਰ ਨੇ ਲਿਖਤਾ, ਕਿਸੇ ਮੀਡੀਆ ਚੈਨਲ ਨੇ ਇਹ ਚਲਾਤਾ ਕਿ ਉਹਨਾਂ ਨੂੰ ਸੰਮਨ ਹੋਏ। ਸੰਮਨ ਨਹੀਂ ਹੋਏ, ਨੋਟਿਸ ਹੈ। ਨੋਟਿਸ से ਤਾਂ ਜੇ ਕੋਈ ਵੀ ਵਿਅਕਤੀ ਕੰਪਲੇਂਟ ਦਾਇਰ ਕਰਦਾ ਹੈ, ਮੇਰੇ ਖਿਆਲ ਅਦਾਲਤ ਨੋਟਿਸ ਭੇਜਦੀ ਹੈ। ਅਦਰਵਾਈਜ਼ देयर इज़ नो ਸੰਮਨ। ਪਰ ਕੋਈ ਗੱਲ ਨਹੀਂ ਹੈ। ਪਰ ਕਾਂਗਰਸ ਪਾਰਟੀ ਨੇ ਕਿਸੇ ਦੀ, ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਦਿਲ ਦਿਖਾਇਆ ਹੋਵੇ, ਖਾਸ ਕਰਕੇ ਕਿਸੇ ਵੀ ਧਾਰਮਿਕ ਆਗੂਆਂ ਦਾ। ਜਿਹੜੇ ਸ਼ਿਕਾਇਤਕਰਤਾ ਹਿਤੇਸ਼ ਭਾਰਦਵਾਜ, ਉਹਨਾਂ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੁਣਾਵ ਦੌਰਾਨ ਕਾਂਗਰਸ ਨੇ ਮੈਨੀਫੈਸਟੋ ਵਿੱਚ ਬਜਰੰਗ ਦਲ ਦੀ ਤੁਲਨਾ ਦੇਸ਼ ਵਿਰੋਧੀ ਸੰਗਠਨ ਸਿਮੀ ਅਤੇ ਅਲ-ਕਾਇਦਾ ਦੇ ਨਾਲ ਕੀਤੀ ਸੀ। ਕੋਈ ਗੱਲ ਨਹੀਂ, ਬਹੁਤ ਸਾਰੀ ਗੱਲ ਉਹ ਮਲਿਕ ਅਰਜੁਨ ਖੜਗੇ ਸਾਹਿਬ ਉਹਨੂੰ ਬਰੀਫ ਕਰ ਦੇਣਗੇ, ਔਰ ਕਰਨਾਟਕਾ ਦੇ ਸਾਡੇ ਜਿਹੜੇ ਲੀਡਰ ਨੇ। ਲੇਕਿਨ ਮੈਨੂੰ ਲੱਗਦਾ ਕਿ ਕਦੇ ਵੀ ਕਿਸੇ ਵੀ ਧਾਰਮਿਕ ਸੰਸਥਾ ਨੂੰ, ਕਿਸੇ ਵੀ ਧਾਰਮਿਕ ਆਗੂ ਨੂੰ ਕਦੇ ਵੀ ਐਸੇ ਸ਼ਬਦ ਨਹੀਂ ਕਾਂਗਰਸ ਪਾਰਟੀ ਨੇ ਇਸਤੇਮਾਲ ਕੀਤੇ ਕਿ ਜਿਹਦੇ ਨਾਲ ਕਿਸੇ ਦੀ ਮਨ ਨੂੰ ਠੇਸ ਪਹੁੰਚੇ। ਇਹ ਮਨ ਘੜਤ ਗੱਲ ਹੈ। ਅਸੀਂ ਤਾਂ ਕਾਂਗਰਸ ਪਾਰਟੀ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇ ਮੈਂ ਚਰਚ 'ਚ ਵੀ ਜਾਂਦਾ, ਮੈਂ ਹੁਣੇ ਮੰਦਿਰ 'ਚ ਵੀ ਜਾਂਦਾ, ਔਰ ਜਕਾਰਾ ਵੀਰ ਬਜਰੰਗੇ ਵੀ ਛੱਡਦੇ ਹਾਂ। ਅਸੀਂ ਕਿਵੇਂ ਖਿਲਾਫਤ ਗੱਲ ਕਰ ਸਕਦੇ? ਉਹ ਪਾਰਟਿਕੂਲਰਲੀ ਕੋਈ ਐਸੀ ਚੀਜ਼ ਹੋਏਗੀ ਜਿਹਦੇ ਤੇ ਵਿਸਤਾਰਪੂਰਵਕ ਉਹੀ ਦੱਸ ਸਕਦੇ ਨੇ ਵੀ ਕਿਉਂ ਉਹਨੂੰ ਬੈਨ ਕਰਨ ਦੇ ਬਾਰੇ ਗੱਲ ਕੀਤੀ ਗਈ। ਜ਼ਰੂਰੀ ਨਹੀਂ ਹੈ ਬਜਰੰਗ ਦਲ ਦੇ ਕਿਸੇ ਕੋਈ ਵਿਅਕਤੀ ਵੀ ਐਵੇਂ ਹੋ ਸਕਦਾ ਉਹਦਾ ਨਾਮ ਵਰਤ ਰਿਹਾ ਹੋਵੇ, ਬਜਰੰਗ ਦਲ ਦਾ ਜਾਂ ਬਜਰੰਗੀ ਦਾ। ਸੋ ਮੈਂ ਸਮਝਦਾ ਕਿ ਅਸੀਂ ਕਿਸੇ ਦਾ ਅਪਮਾਨ ਨਾ ਕੀਤਾ, ਨਾ ਕਰੀਏ। ਦੇਖੋ, ਜਦੋਂ ਦਰਾਂ ਦੇ ਅੰਦਰ ਵਾਧਾ ਹੋਇਆ ਹੈ ਤੇ ਭਗਵੰਤ ਮਾਨ ਜੀ ਨੂੰ ਇਹ ਵੀ ਨਾਲ ਦੱਸਣਾ ਚਾਹੀਦਾ ਸੀਗਾ ਕਿ ਇਹ ਬਿੱਲ ਕਿਹਨੂੰ ਲੱਗੇਗਾ, ਕਿਹਦੇ ਯੂਨਿਟ ਵਧੇ, ਕਿਹਦੇ ਘਟੇ ਨੇ। ਜਦੋਂ ਬਿਜਲੀ ਦਰਾਂ ਦੇ ਅੰਦਰ ਤੁਸੀਂ ਵਾਧਾ ਕਰ ਦਿੱਤਾ ਹੈ ਤੇ ਤੁਸੀਂ ਆਪਣੀ ਸਰਕਾਰ ਦੇ ਵੇਲੇ ਕਿਹਾ ਸੀਗਾ ਕਿ ਜਦੋਂ 601 ਯੂਨਿਟ ਹੋ ਜਾਏਗਾ ਤੇ ਉਹਨੂੰ ਬਰਾਬਰ ਜਿਹੜੀ ਰਕਮ ਹੈ ਉਹ ਦੇਣੀ ਪਏਗੀ। ਤੇ ਹੁਣ ਤਾਂ ਗਰਮੀਆਂ ਦੇ ਦਿਨ ਨੇ, ਬਿਜਲੀ ਦੀ ਖਪਤ ਬਹੁਤ ਜਿਹੜੀ ਆ ਉਹ ਪੰਜਾਬ ਦੇ ਅੰਦਰ ਇਸ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਮੇਰੇ ਖਿਆਲ ਦੇ ਅੰਦਰ ਇਲੈਕਸ਼ਨਾਂ ਦੇ ਦੌਰਾਨ ਜਿਹੜਾ ਪ੍ਰਚਾਰ ਕੀਤਾ ਗਿਆ ਸੀਗਾ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਦਾਇਤਾਂ ਸੀ ਸਰਕਾਰ ਦੀਆਂ ਬਹੁਤ ਜ਼ਿਆਦੀਆਂ ਕਿ ਮੀਟਰ ਰੀਡਰਸ ਜਿਹੜੇ ਨੇ ਉਹ ਉਹਨਾਂ ਦੀਆਂ 600 ਯੂਨਿਟ ਤੋਂ ਥੱਲੇ ਰੱਖ ਕੇ ਜਿਹੜੇ ਉਹ ਬਿੱਲ ਜਿਹੜੇ ਭੇਜਣ। ਪਤਾ ਹੁਣ ਲੱਗੇਗਾ ਸਰਕਾਰ ਦੀ ਕਾਰਗੁਜ਼ਾਰੀ ਤੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜੀ ਬਿਜਲੀ ਆ ਉਹ ਫ੍ਰੀ ਦਿੱਤੀ ਜਾ ਰਹੀ ਹੈ। ਭਗਵੰਤ ਮਾਨ ਜੀ, ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ। ਤੁਸੀਂ ਕਰਜ਼ਾ ਚੁੱਕ ਕੇ ਪੰਜਾਬ ਦੇ ਅੰਦਰ ਬਿਜਲੀ ਦੀਆਂ ਅਦਾਇਗੀਆਂ ਕਰ ਰਹੇ ਹੋ। ਪੰਜਾਬ ਦੇ ਪਾਵਰਕਾਮ ਦੇ ਚੇਅਰਮੈਨ ਸਾਹਿਬ ਨੇ ਹੱਥ ਖੜੇ ਕਰ ਦਿੱਤੇ। 25,000 ਕਰੋੜ ਤੋਂ ਵੱਧ ਦੀ ਰਕਮ ਤੁਸੀਂ ਕਰਜ਼ੇ ਦੇ ਰੂਪ ਦੇ ਅੰਦਰ ਲਈ ਹੈ ਅਦਾਇਗੀਆਂ ਦੇ ਵਾਸਤੇ। ਤੇ ਇਹ ਤੁਸੀਂ ਬੋਝ ਪਾ ਕੇ ਆਮ ਤੇ ਮੱਧ ਵਰਗੀ ਪਰਿਵਾਰਾਂ ਨੂੰ ਤੰਗ ਕਰਨ, ਪਰੇਸ਼ਾਨ ਕਰਨ, ਇਹ ਜਿਹੜੀ ਤੁਹਾਡੀ ਗੱਲ ਦੀ ਨੀਤੀ ਹੈ ਇਹ ਬਿਲਕੁਲ ਸਰਾਸਰ ਗਲਤ ਹੈ। ਇਹ ਸਿਰਫ ਤੁਸੀਂ ਸਭ ਤੋਂ ਪਹਿਲਾਂ ਇਲੈਕਸ਼ਨ ਸਟੰਟ ਦੇ ਕਾਰਨ, ਜਲੰਧਰ ਦੇ ਅੰਦਰ ਇਲੈਕਸ਼ਨ ਸੀ, ਇਲੈਕਸ਼ਨ ਤੁਸੀਂ ਧੱਕੇ ਨਾਲ, ਵਜ਼ੀਰਾਂ ਦੀਆਂ ਧਮਕੀਆਂ ਦੇ ਨਾਲ, MLAs ਦੀਆਂ ਧਮਕੀਆਂ ਦੇ ਨਾਲ, ਲਾਲਚਾਂ ਦੇ ਨਾਲ ਤੁਸੀਂ ਜ਼ਰੂਰ ਜਿੱਤ ਗਏ। ਪਰ ਇਹ ਜਿਹੜਾ ਤੁਸੀਂ ਬਿਜਲੀ ਦਾ ਦੇਰ ਰਾਤਾਂ ਦੇ ਵਿੱਚ ਵਾਧਾ ਕਰਕੇ ਜਿਹੜਾ ਤੁਸੀਂ ਲੋਕਾਂ ਦੇ ਉੱਤੇ ਬੋਝ ਪਾਇਆ, ਇਹਦਾ ਖਮਿਆਜਾ ਤੁਹਾਡੀ ਸਰਕਾਰ ਨੂੰ ਵੀ ਭੁਗਤਣਾ ਪਵੇਗਾ। ਪਰਸੋਂ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਜਲੰਧਰ ਤੇ ਭਗਵੰਤ ਮਾਨ ਨੇ ਕਿਹਾ ਹੈ ਕਿ ਜਲੰਧਰ ਵਾਸੀਆਂ ਨੂੰ ਤੋਹਫਾ ਦਿੱਤਾ ਜਾਏਗਾ। ਕੀ ਲੱਗਦਾ ਕੀ ਤੋਹਫਾ ਹੋਏਗਾ? ਦੇਖੋ, ਜੇ ਤੋਹਫਾ ਦੇਣਾ ਤਾਂ ਉਹਨੇ ਕੋਈ ਸਾਡੇ ਤੇ ਸਾਨ ਥੋੜੀ ਕਰਨਾ ਹੈ। ਉਹਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ, 92 ਵਿਧਾਇਕਾਂ ਦਾ ਮੈਂਡੇਟ ਦਿੱਤਾ, ਔਰ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾਇਆ। ਉਹ ਕੋਈ ਲੋਕਾਂ ਤੇ ਸਾਨ ਨਹੀਂ ਕਰੇਗਾ। ਉਹ ਆਪਣੀ ਨੈਤਿਕਤਾ ਨੂੰ ਸਮਝਦਿਆਂ ਜਿਹੜੀ ਉਹਦੀ ਜ਼ਿੰਮੇਵਾਰੀ ਆ ਉਹਨੂੰ ਨਿਭਾਵੇ। 1.5 ਸਾਲ ਦੇ ਅੰਦਰ ਤਾਂ ਕੁਝ ਨਹੀਂ ਮਿਲਿਆ ਤੇ ਅਗਰ ਭਗਵੰਤ ਮਾਨ ਜੀ ਕੁਝ ਦੇਣਾ ਚਾਹੁੰਦੇ ਨੇ ਤਾਂ ਚੰਗੀ ਗੱਲ ਹੈ। ਜਦੋਂ ਦੇਣਗੇ ਫਿਰ ਦੇਖਾਂਗੇ। ਉੱਦਾਂ ਤਾਂ ਵੈਸੇ ਸਾਡੀ ਸਰਕਾਰ ਦੇ ਵੇਲੇ ਸਾਰੇ ਪੈਸੇ ਦਿੱਤੇ ਭਗਵੰਤ ਮਾਨ ਵਾਪਸ ਲੈ ਜਾਂਦਾ ਹੁੰਦਾ ਤੇ ਮੁੜ ਕੇ ਫਿਰ ਡੇਰਾ ਬੱਲਾ ਕੇ 25 ਕਰੋੜ ਉਹੀ ਦੇ ਦਿੰਦਾ। ਕਿਤੇ ਇਦਾਂ ਨਾ ਹੋਵੇ ਵੀ ਪਹਿਲਾਂ ਦੇ ਜਾਵੇ ਤੇ ਅਗਲੀ ਵਾਰ ਫਿਰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਉਹ ਸਾਰੇ ਵਾਪਸ ਲੈ ਜਾਵੇ। ਕਿਉਂਕਿ ਭਗਵੰਤ ਮਾਨ ਤੇ ਬਹੁਤਾ ਇਤਬਾਰ ਨਹੀਂ ਕੀਤਾ ਜਾਂਦਾ, ਝੂਠ ਬਹੁਤ ਬੋਲਦਾ। ਇੱਕ ਮੁੱਖ ਮੰਤਰੀ ਨੂੰ ਝੂਠ ਨਹੀਂ ਬੋਲਣਾ ਚਾਹੀਦਾ। कांग्रेस के राष्ट्रीय अध्यक्ष मल्लिकार्जुन खड़गे को संगरूर जिला अदालत ने मानहानि मामले में समन भेजा है, क्या कहना है इसमें?
ਦੇਖੋ ਅਦਾਲਤ ਦਾ ਕੰਮ ਜਿਹੜਾ ਹੈ ਉਹ ਅਦਾਲਤਾਂ ਕਰਦੀਆਂ ਰਹਿੰਦੀਆਂ ਨੇ, ਪਰ ਅਜਿਹੇ ਮੌਕੇ ਦੇ ਉੱਪਰ ਕਿ ਕਰਨਾਟਕਾ ਦੇ ਅੰਦਰ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ ਔਰ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਮੱਲਿਕਾਰਜੁਨ ਸਿੰਘ ਖੜਗੇ ਜਿਹੜੇ ਨੇ ਮਾਨਯੋਗ ਉਹ ਕਰਨਾਟਕਾ ਤੋਂ ਹੀ ਆਉਂਦੇ ਨੇ ਔਰ ਸਰਕਾਰ ਨੂੰ ਬਹੁਤ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਨੇ, ਲੋਕਾਂ ਨੇ ਔਰ ਸਮੁੱਚੀ ਲੀਡਰਸ਼ਿਪ ਦੀ ਇਕਜੁੱਟਤਾ ਨੇ ਕਰਨਾਟਕ ਦੇ ਅੰਦਰ ਦਿੱਤਾ ਹੈ। ਮੇਰੇ ਖਿਆਲ ਦੇ ਅੰਦਰ ਅਜਿਹੇ ਦਬਾਅ ਬਣਾ ਕੇ ਅਜਿਹੇ ਸੰਮਨ ਭੇਜ ਕੇ ਕਾਂਗਰਸ ਪ੍ਰਧਾਨ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ। ਉਹ ਕੋਈ ਰਾਜਨੀਤੀ ਦੇ ਅੰਦਰ ਕੋਈ ਨਵੇਂ ਨਹੀਂ ਹੈ, ਉਹਨਾਂ ਦਾ ਜੀਵਨ ਬਹੁਤ ਖੁਸ਼ੀਆਂ ਭਰਿਆ ਜੀਵਨ ਤੇ ਬਹੁਤ संघर्ष भरा जीवन है। कर्नाटका विधानसभा चुनाव के दौरान कांग्रेस ने अपने मैनिफेस्टो में बजरंग दल की तुलना देश विरोधी संगठन सिमी जैसे और अलकायदा के साथ की थी और कांग्रेस ने कर्नाटक में सत्ता आने पर बजरंग दल पर पाबंदी लगाने की बात कही। देखो ये गल मेरे कोई ध्यान च नहीं है, अगर कोई आएगी तो फिर मैं उहदे ते अपनी गल कह सकदा, अजिहा मेरे कोई ध्यान विच नहीं है। ਅੱਛਾ ਜਿਹੜੀ ਘਟਨਾ ਘਟੀ ਸੀ ਰਾਤੀ ਪਟਿਆਲਾ ਦੇ ਜੋਗਿੰਦਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ, ਜਿੱਥੇ ਇੱਕ ਮਹਿਲਾ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਔਰ ਇੱਕ ਸਿੱਖ ਸ਼ਰਧਾਲੂ ਵੱਲੋਂ ਉਹਨੂੰ ਫਾਇਰ ਕਰਕੇ ਮਾਰ ਦਿੱਤਾ ਜਾਂਦਾ, ਇਹਨੂੰ ਕਿਵੇਂ ਲੱਗਦਾ? ਦੇਖੋ ਅਜਿਹੀਆਂ ਤਾਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਨੇ। ਜੇ ਗੁਰੂ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਾ ਕੇ ਕੋਈ ਬੇਅਦਬੀਆਂ ਅਜਿਹੀਆਂ ਹੋਣ ਤਾਂ ਮੇਰੇ ਖਿਆਲ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ। ਅਗਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਜਿਹੜਾ ਉਹ ਕਰ ਦੇਣਾ ਚਾਹੀਦਾ, ਕਿਉਂਕਿ ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਜਾਤ ਰੰਗ ਧਰਮ ਨਸਲ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਫ਼ਰਤ ਦੀ ਗੱਲ ਜਿਹੜੀ ਆ ਉਹ ਕਿਤੇ ਜ਼ਰੂਰ ਸਾਹਮਣੇ ਆਉਂਦੀ ਹੈ। ਇਹ ਭਾਵਨਾਵਾਂ ਜਿਹੜੀਆਂ ਕਿਤੇ ਨਾ ਕਿਤੇ ਕੋਈ ਅਜਿਹਾ ਹਰਟ ਹੋਇਆ ਹੋਵੇਗਾ ਕਿ ਜਿਹੜੇ ਅਜਿਹਾ ਹਾਲਾਤ ਬਣੇ ਨੇ, ਪਰ ਮੈਂ ਚਾਹੁੰਦਾ ਕਿ ਅਜਿਹੇ ਹਾਲਾਤ ਨਹੀਂ ਬਣਨੇ ਚਾਹੀਦੇ। ਇਸੇ ਘਟਨਾ ਦੇ ਉੱਤੇ ਜਿਹੜੇ ਜਥੇਦਾਰ ਹੈਗੇ ਨੇ ਐਸਜੀਪੀਸੀ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਸ਼ਰਧਾਲੂ ਵੱਲੋਂ ਫਾਇਰ ਕੀਤੇ ਗਏ ਹੈਗੇ ਉਹਦਾ ਪੂਰਾ ਖਰਚਾ ਜਿਹੜਾ ਹੈਗਾ ਐਸਜੀਪੀਸੀ ਚੁੱਕੇਗੀ। ਦੇਖੋ ਇਹ ਤਾਂ ਐਸਜੀਪੀਸੀ ਇਹਦੇ ਉੱਪਰ ਜਵਾਬ ਦੇ ਸਕਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਗਰ ਬਾਹਰ ਗੁਰਦੁਆਰਿਆਂ ਦੇ ਅੰਦਰ ਜੇ ਅੱਛੇ ਪ੍ਰਬੰਧ ਜਿਹੜੇ ਆ, ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੁੰਦੇ ਆ, ਤਾਂ ਪ੍ਰਬੰਧਕ ਕਮੇਟੀਆਂ ਨੂੰ ਜਿਹੜੇ ਜਾਂ ਛੋਟੇ ਅਦਾਰੇ ਨੇ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਅੱਛੇ ਪ੍ਰਬੰਧ ਹੋਣ ਤਾਂ ਕਿ ਅਜਿਹੀ ਘਟਨਾ ਵਾਪਰੇ ਹੀ ਨਾ, ਉਹਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਸਰ ਅੱਜ ਜਿਹੜਾ 70 ਪੈਸੇ ਬਿਜਲੀ ਦੇ ਵਾਧਾ ਕੀਤਾ ਗਿਆ ਹੈ ਤੇ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਹੜਾ ਇਸ ਦਾ ਬੋਝ ਆਮ ਲੋਕਾਂ ਤੇ ਨਹੀਂ ਪਏਗਾ, 600 ਯੂਨਿਟ ਵਾਲੀ ਯੋਜਨਾ ਜਿਹੜੀ ਹੈ ਉਹ ਮੀਟਰ ਤੇ ਅਸਰ ਨਹੀਂ ਪਵੇਗਾ। ਦੇਖੋ ਇਹ ਪਿਓਰਲੀ ਨਾ ਗਿਮਿਕ ਆ, ਅਨਫੋਰਚੂਨੇਟਲੀ ਇਹ ਠੀਕ ਹੈ ਵੀ ਅਸੀਂ ਇਹ ਇਲੈਕਸ਼ਨ ਹਾਰੇ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਲੋਕਾਂ ਦੇ ਮੈਂਡੇਟ ਨੂੰ ਸਵੀਕਾਰ ਕਰਦੇ ਆ। ਪਰ ਇਹ ਆਉਣ ਵਾਲਾ ਸਮਾਂ ਜਿਹੜਾ ਆ, ਕਿਉਂਕਿ ਅਸੀਂ ਆਉਣ ਵਾਲੇ ਸਮੇਂ ਨੂੰ ਭਾਂਪਦੇ ਨਹੀਂ ਹੈਗੇ, ਕਿਉਂਕਿ ਮੇਰੇ ਖਿਆਲ 2 ਦਿਨ ਹੋਏ ਇਲੈਕਸ਼ਨ ਨੂੰ ਤੇ 2 ਦਿਨਾਂ ਦੇ ਵਿੱਚ ਇਹ ਗਿਫਟ ਦਿੱਤਾ ਹੈਗਾ ਬੇਸਿਕਲੀ ਪੰਜਾਬ ਦੇ ਲੋਕਾਂ ਨੂੰ। ਔਰ ਖਾਸ ਕਰਕੇ ਜਿਹੜਾ ਦੇਖੋ ਇੰਡਸਟਰੀ ਤੋਂ ਬਿਨਾ ਜਿਹੜਾ ਪੰਜਾਬ ਦਾ ਕੰਮ ਚੱਲ ਨਹੀਂ ਸਕਦਾ, ਲੇਕਿਨ ਇੰਡਸਟਰੀ ਦੀ ਇੰਨੇ ਨਾਲ ਹੀ ਮੈਨੂੰ ਲੱਗਦਾ ਵੀ ਬਿਲਕੁਲ ਉਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਉਹਨਾਂ ਤੇ ਬੋਝ ਪਊਗਾ। ਇੰਡਸਟਰੀ ਦੀ ਤੁਸੀਂ ਗੱਲ ਕੀਤੀ ਹੈ, ਜਿਸ ਤਰ੍ਹਾਂ ਉਹਨਾਂ ਨੇ ਕਿ ਆਮ ਲੋਕਾਂ ਦੇ ਬੋਝ ਨਹੀਂ, ਇੰਡਸਟਰੀ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲੇਗਾ? ਨਹੀਂ ਮੇਰਾ ਖਿਆਲ ਜੇ ਕਿਉਂਕਿ 70 ਪੈਸੇ ਵਧਾਤਾ ਹੈਗਾ, 70 ਪੈਸੇ ਵਧਾ ਕੇ ਤੁਸੀਂ ਦੇਖ ਲਓ ਜਿਹੜੇ ਲੱਖ ਲੱਖ ਯੂਨਿਟ ਵਾਲੇ ਹੈਗੇ ਆ ਤੇ ਉਹਨਾਂ ਤੇ ਕਿੰਨੇ ਪੈਸਿਆਂ ਦਾ ਜਿਹੜਾ ਬੋਝ ਵਧੂਗਾ। ਪਰਸੋਂ ਕੈਬਨਿਟ ਦੀ ਮੀਟਿੰਗ ਜਲੰਧਰ ਹੋਣ ਜਾ ਰਹੀ ਹੈ, ਸੀਐਮ ਸਾਹਿਬ ਇੱਥੇ ਮੀਟਿੰਗ ਕਰਨਗੇ ਤੇ ਕਹਿੰਦੇ ਕਿ ਤੋਹਫਾ ਦੇਣਗੇ ਜਲੰਧਰ ਆ ਕੇ, ਕੀ ਤੋਹਫਾ ਹੋਏਗਾ? ਨਹੀਂ ਚਲੋ ਜੋ ਵੀ ਜਲੰਧਰ ਲਈ ਚੰਗਾ ਕਰਨ, ਪਹਿਲਾਂ ਤਾਂ ਹੁਣ ਤੱਕ 14 ਮਹੀਨਿਆਂ 'ਚ ਤਾਂ ਕੁਝ ਕੀਤਾ ਨਹੀਂ, ਤੇ ਜੇ ਜਲੰਧਰ ਦੇ ਲੋਕਾਂ ਨੇ ਫਤਵਾ ਦਿੱਤਾ ਹੈਗਾ ਤੇ ਮੈਨੂੰ ਲੱਗਦਾ ਜਲੰਧਰ ਦੀ ਡਿਵੈਲਪਮੈਂਟ ਲਈ ਜਿਹੜਾ ਕੰਮ ਕਰਨਾ ਚਾਹੀਦਾ ਡੈਫੀਨੇਟਲੀ ਕਰਨਾ ਚਾਹੀਦਾ, ਅਸੀਂ ਵੈਲਕਮ ਕਰਾਂਗੇ। अदालत ने महारानी मामले में भेजा है सबूत, मैं इसके बारे में अवेयर नहीं हूँ, अगर भेजा है तो मेरा ख्याल है कि ठीक है, क्योंकि दुनिया भर में समन होते हैं, इस समन को भी देख लिया जाएगा। कर्नाटक विधानसभा चुनाव के दौरान कांग्रेस ने अपने मैनिफेस्टो में बजरंग दल की तुलना देश विरोधी संगठन जैसे सिमी और अलकायदा के साथ की है, इसको देखो कांग्रेस जो है वो भाईचारे की, आपसी भाईचारा बढ़ाने की बात करती है, बीजेपी जो है वो इस समाज को डिवाइड करने की बात करती है। तो मेरा ख्याल है कि हमें कंट्री में ऐसा माहौल नहीं बनाना चाहिए जैसा बीजेपी बना रही है, लेकिन कर्नाटका के लोगों ने दिखा दिया कि हम जो भाईचारे की जो राजनीति है वो अच्छी तरह से आगे बढ़ाएं। लेकिन कांग्रेस का कर्नाटक में सत्ता में आने के बाद बजरंग दल पर पाबंदी लगाने की बात की।
देखो वो तो चलो आने वाले समय की बात है। मेरा ख्याल है कि आने वाले समय में जैसा भी होगा देखा जाएगा, बट राजनीति जो है वो लोगों को डिवाइड करने की नहीं होनी चाहिए, राजनीति लोगों को इकट्ठा करने की है। शिकायतकर्ता ने कहा है कि विरोध में हिंदू सुरक्षा परिषद और बजरंग दल ने हिंद के संस्थापक प्रदेश वार्ता के संदूर रोड पर महिला की लड़की को 100 करोड़ रुपये का मान का मुकदमा दायर किया, किसी को नहीं। चलो ये ऐसी बातें होती रहती हैं, मेरा ख्याल है कि इसको सॉर्ट आउट कर लें। ਅੱਜ ਕੀ ਨਾਮ ਹੈ? ਜਸਵਿੰਦਰ ਸਿੰਘ ਜੀ। ਜਸਿੰਦਰ ਜੀ, ਦਿੱਲੀ ਚੋਣਾਂ ਖਤਮ ਹੋਈ ਤੇ ਸਰਕਾਰ ਵੱਲੋਂ ਦੇਖ ਕੇ ਬਿਜਲੀ ਦਰਾਂ ਵਧਾ ਦਿੱਤੀ ਗਈ, ਕਿੱਦਾਂ ਵੇਖਦੇ ਸੀ? ਸਰ ਜੀ, ਬੇਸਿਕ ਇੰਡਸਟਰੀ ਦਾ ਇਹ ਬੇਸਿਕ ਰॉ ਹੈਗਾ ਆ। ਇਹਦੇ ਰੇਟ ਵਧਣ ਨਾਲ ਸਾਡੇ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਣਾ ਆ। ਸਾਡੇ ਰॉ ਮਟੀਰੀਅਲ ਦੇ ਰੇਟ ਵੱਧ ਜਾਣੇ ਆ। ਅਸੀਂ ਪਹਿਲੋਂ ਹੀ ਦੂਜੇ ਸੂਬਿਆਂ ਦੇ ਨਾਲ ਆਪਾਂ ਕੰਪੀਟੀਸ਼ਨ ਕਰ ਰਹੇ ਹਾਂ, ਉਹਦੇ ਨਾਲ ਸਾਨੂੰ ਮਾਲ ਵੇਚਣ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੋਣੀ ਆ। ਅੱਗੇ ਇੰਡਸਟਰੀ 'ਚ ਕੋਈ ਕੰਮ ਨਹੀਂ ਤਕਰੀਬਨ ਹੈਗਾ। ਤਕਰੀਬਨ ਪੰਜਾਬ ਦੀ ਇੰਡਸਟਰੀ ਬਿਲਕੁਲ ਨਾ ਮਾਤਰ ਕੰਮ ਹੈਗਾ, ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਆ। ਇਸੇ ਲਈ ਆਪਾਂ ਇਹੀ ਕਹਿ ਸਕਦੇ ਹਾਂ ਕਿ ਸਰਕਾਰ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਤਾਂ ਬਹੁਤ ਕਰਦੀ ਆ, ਪਰ ਇਲੈਕਸ਼ਨ ਜਿਮਨੀ ਚੋਣਾਂ ਹੋਈਆਂ ਖਤਮ ਹੋਈਆਂ ਨਾਲ ਹੀ ਇਹਨਾਂ ਨੇ 16 ਤਰੀਕ ਨੂੰ 15 ਨੂੰ ਅੱਜ ਰੇਟ ਵਧਾ ਦਿੱਤੇ ਨੇ। ਉਹਦਾ ਇੰਡਸਟਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਕੁਛ ਨਾ ਕੁਛ ਸਹੀ ਤਰੀਕੇ ਨਾਲ ਪਾਲਿਸੀ ਲਿਆਵੇ ਤਾਂ ਕਿ ਪੰਜਾਬ ਦੀ ਇੰਡਸਟਰੀ ਗਰੋ ਕਰ ਸਕੇ। ਮੈਂ ਇਹੀ ਕਹਾਂਗਾ ਸਰਕਾਰ ਨੂੰ, ਰਿਕੁਐਸਟ ਕਰੂੰਗਾ ਜਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਬਾਕੀ ਸੂਬਿਆਂ ਦੇ ਨਾਲ ਜਿਹੜੀਆਂ ਪਾਲਿਸੀਆਂ ਯੂਪੀ ਦੇ ਵਿੱਚ ਆ ਜਾਂ ਜੰਮੂ ਹਿਮਾਚਲ ਦੀ ਜਿਹੜੀ ਪਾਲਿਸੀ ਚੱਲ ਰਹੀ ਆ, ਉਹਦੇ ਮਤਲਬ ਕੰਪੀਟੀਸ਼ਨ ਦੇ ਵਿੱਚ ਪੰਜਾਬ ਨੂੰ ਵੀ ਇਹੋ ਜਿਹੇ ਪੈਕੇਜ ਦੇਣੇ ਚਾਹੀਦੇ ਆ ਕਿ ਤਾਂ ਕਿ ਪੰਜਾਬ ਦੀ ਇੰਡਸਟਰੀ ਗਰੋ ਕਰ ਸਕੇ। ਸਰ, ਜਲੰਧਰ ਜਿਮਨੀ ਚੋਣ ਦੇ ਨਤੀਜੇ ਆਏ, ਉਸ ਤੋਂ ਬਾਅਦ ਜਿਹੜਾ ਕੀ ਹੈ ਦਰਾਂ ਵੱਧ ਗਈ ਬਿਜਲੀ ਦੀ, ਕਿਸ ਤਰ੍ਹਾਂ ਵੇਖਦੇ ਸੀ ਤੁਸੀਂ? ਦੇਖੋ ਗੱਲ ਇੱਦਾਂ ਵੀ ਤੁਹਾਨੂੰ ਪਤਾ ਵੀ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਨਾ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੀ ਜਿਹਦੇ ਨਾਲ ਵੋਟਾਂ 'ਤੇ ਅਸਰ ਪਵੇ। ਇਹ ਟੈਰਿਫ ਤਾਂ ਸਰਕਾਰ ਨੇ ਪਹਿਲਾਂ ਹੀ ਪੰਜਾਬ ਰੈਗੂਲੇਟਰੀ ਕਮਿਸ਼ਨ ਨੇ ਕਿਹਾ ਸੀ ਵੀ PSPCL ਨੇ ਸਾਨੂੰ ਆਪਣਾ ਲੇਖਾ ਜੋਖਾ ਦਿੱਤਾ ਹੈ, ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ ਬਿਜਲੀ ਦੇ ਜਿਹੜਾ ਟੈਰਿਫ ਵਧਾਇਆ ਜਾਵੇ। ਪਰ ਅਸੀਂ ਸਰਕਾਰ ਨੂੰ ਉਦੋਂ ਵੀ ਕਿਹਾ ਸੀ ਵੀ ਆਲਰੇਡੀ ਜੋ ਇੰਡਸਟਰੀ ਪੰਜਾਬ ਦੀ ਇੰਡਸਟਰੀ ਦੇ ਹਾਲਾਤ ਨੇ ਉਹ ਇਸ ਵੇਲੇ ਰੇਟ ਵਧਾਉਣ ਦੇ ਨਹੀਂ ਹੈਗੇ। ਉਹ ਮੰਦੇ ਦੀ ਲਹਿਰ ਚੱਲ ਰਹੀ ਹੈ, ਕਾਰੋਬਾਰ ਜਿਹੜੇ ਅੱਗੇ ਸੀ ਕਰਦੇ ਸੀ ਉਸ ਤੋਂ ਬਹੁਤ ਘੱਟ ਚੁੱਕੇ ਨੇ। ਉਹਦਾ ਰੀਜ਼ਨ ਕੀ ਹੈ? ਲੇਬਰ ਵੀ ਸਾਡੇ ਕੋਲ ਘੱਟ ਗਈ ਹੈ। ਜਿਹੜੀ ਲੇਬਰ ਇੱਕ ਵਾਰੀ ਪਿੰਡਾਂ ਨੂੰ ਜਾਂਦੀ ਉਹ ਵਾਪਸ ਨਹੀਂ ਆ ਰਹੀ, ਕਿਉਂਕਿ ਯੂਪੀ ਨੇ ਵੀ ਆਪਣੇ ਇਹੋ ਜਿਹੇ ਪੈਕੇਜ ਦੇ ਦਿੱਤੇ ਨੇ ਉੱਥੇ ਇੰਡਸਟਰੀ ਨੂੰ ਕਿ ਇੰਡਸਟਰੀ ਜਿਹੜੀ ਇਹਨਾਂ ਉੱਥੇ ਸ਼ਿਫਟ ਹੋਣ ਨੂੰ ਹੋ ਰਹੀ ਹੈ। ਤੇ ਔਰ ਯੂਪੀ ਨੂੰ ਇਹ ਮੇਨ ਮਕਸਦ ਯੂਪੀ ਦਾ ਹੈ ਵੀ ਜਿਹੜੀ ਲੇਬਰ ਸਾਡੀ ਬਾਹਰਲੇ ਸੂਬਿਆਂ ਵਿੱਚ ਜਾ ਕੇ ਕੰਮ ਕਰਦੀ ਹੈ ਨਾ, ਉਹ ਸਾਡੇ ਸੂਬੇ 'ਚ ਹੀ ਕੰਮ ਕਰੇ। ਅਸੀਂ ਸਰਕਾਰ ਨੂੰ, ਰੈਗੂਲੇਟਰ ਨੂੰ ਵੀ ਇਹੋ ਰਿਕੁਐਸਟ ਕੀਤੀ ਸੀ ਵੀ ਰੇਟ ਨਾ ਵਧਾਏ ਜਾਣ, ਉਹ ਕੁਝ ਟਾਈਮ ਵਾਸਤੇ ਰੋਕ ਦਿੱਤੇ ਜਾ ਸੀ। ਕਿਉਂ? ਜਿੱਦਾਂ ਹੁਣ ਜਿਮਨੀ ਚੋਣ ਸੀ, ਸਰਕਾਰ ਕਹਿੰਦੀ ਸੀ ਵੀ ਇਸ ਜਿਮਨੀ ਚੋਣ 'ਚ ਜੇ ਰੇਟ ਵਧਾਤੇ ਉਹਦਾ ਸਾਡੇ 'ਤੇ ਅਸਰ ਨਾ ਪਵੇ। ਪਰ ਅਜੇ ਜਿੱਤਣ ਤੇ ਇੱਕ ਅੱਧਾ ਦਿਨ ਹੀ ਹੋਇਆ ਤੇ ਸਰਕਾਰ ਨੇ ਕੱਲ੍ਹ ਤੋਂ 16 ਮਈ ਤੋਂ ਇਹ ਟੈਰਿਫ ਵਧਾ ਦਿੱਤਾ ਹੈ ਵੀ ਜਿਹੜਾ ਬੰਦਾ ਤਕਰੀਬਨ ਜਿਹੜਾ ਸਮਾਲ ਸੇਲ ਸੈਕਟਰ ਹੈਗਾ ਨਾ 100 ਯੂਨਿਟ ਤੋਂ 101 ਯੂਨਿਟ ਤੋਂ ਲੈ ਕੇ 300 ਯੂਨਿਟ ਤੱਕ ਜਿਹਨੇ ਯੂਜ਼ ਕਰਨਾ ਉਹਦਾ ਤਕਰੀਬਨ 70 ਪੈਸੇ ਯੂਨਿਟ ਵਧਿਆ। 300 ਤੋਂ ਉੱਪਰ ਜਿਹੜਾ 600-800 ਤੱਕ ਜਾਂਦਾ ਹੈ ਉਹਦਾ ਤਕਰੀਬਨ ਇਹਨਾਂ ਨੇ ਵਧਾਏ ਨੇ ਤਕਰੀਬਨ 584 ਤੋਂ 80 ਪੈਸੇ ਯੂਨਿਟ ਵਧਾਤਾ। ਤੇ ਜਿਹੜਾ 600 ਤੋਂ ਉੱਪਰ ਲੈ ਕੇ ਜਾਂਦਾ ਹੈ ਉਹਦਾ 45 ਪੈਸੇ ਯੂਨਿਟ, 300 ਤੋਂ ਯੂਨਿਟ ਦੇ ਦਰਾਂ ਦੇ ਉੱਪਰੋਂ 45 ਪੈਸੇ ਯੂਨਿਟ ਵੱਧ ਗਿਆ। ਹੁਣ ਤੁਸੀਂ ਦੇਖੋ ਇੰਡਸਟਰੀ ਹੈ, ਇੰਡਸਟਰੀ ਨੂੰ ਦੋ ਮਾਰਾਂ ਪੈ ਰਹੀਆਂ। ਇਹ ਸਾਡਾ ਹੈਗਾ ਬੇਸਿਕ ਰॉ ਮਟੀਰੀਅਲ, ਜਿਹੜਾ ਅਸੀਂ ਰॉ ਮਟੀਰੀਅਲ ਯੂਜ਼ ਕਰਦੇ ਹਾਂ ਉਹਦੇ 'ਤੇ ਵੀ ਅਸਰ ਪੈਣਾ। ਜਦੋਂ ਉਹ ਮਹਿੰਗਾ ਹੋ ਗਿਆ, ਸਾਡੇ ਤਾਂ ਇੱਕ ਕਿਸਮ ਦਾ ਮਲਟੀਪਲ ਪ੍ਰਾਈਸ ਸਾਡੇ ਕੋਲ ਆ ਗਿਆ। ਅਸੀਂ ਲੋਹਾ ਜਿਹੜੀਆਂ ਮਿੱਲਾਂ ਨੇ ਵੀ ਰੇਟ ਵਧਾ ਦਿੱਤੇ ਆਪਣੇ। ਇੱਧਰ ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਵੀ ਸਾਡੇ 'ਤੇ ਮਾਰ ਪੈ ਗਈ ਪਾਵਰ ਦੀ। ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜੇ ਅਸੀਂ ਵਪਾਰ ਹੀ ਸਾਡਾ ਖਤਮ ਹੋ ਗਿਆ ਨਾ ਤੇ ਸਾਡੇ ਵਾਸਤੇ ਬੜੀ ਮੁਸ਼ਕਲ ਆਏਗੀ। ਉਹਦੇ 'ਚ ਸਰਕਾਰ ਇਹ ਸੋਚ ਰਹੀ ਹੈ
ਵੀ ਸਿਰਫ ਇੰਡਸਟਰੀ ਨੂੰ ਮੁਸ਼ਕਲ ਨਹੀਂ, ਜੇ ਸਾਡਾ ਕਾਰੋਬਾਰ ਘਟੇਗਾ ਤੇ ਸਰਕਾਰ ਦਾ ਰੈਵਨਿਊ ਵੀ ਘਟੇਗਾ, ਸਰਕਾਰ ਨੂੰ ਇਹਦਾ ਵੀ ਨੁਕਸਾਨ ਹੋਏਗਾ। ਤੁਸੀਂ ਦੇਖੋ ਵੀ ਇਹਨਾਂ ਗੱਲਾਂ ਕਰਕੇ ਹੀ ਨਾ ਅੱਜ ਸਾਡੇ ਬੱਚੇ ਬਾਹਰ ਜਾ ਰਹੇ ਨੇ। ਜੇ ਇੱਥੋਂ ਦੇ ਸਿਸਟਮ ਠੀਕ ਹੋਣ, ਇੱਥੋਂ ਦਾ ਵਾਤਾਵਰਣ ਠੀਕ ਹੋ, ਬੱਚੇ ਕਿਉਂ ਬਾਹਰ ਜਾਣਗੇ ਪੜ੍ਹ ਲਿਖ ਕੇ। ਆਉਣ ਵਾਲਾ ਟਾਈਮ ਬੜਾ ਮੁਸ਼ਕਲਾਂ 'ਚ ਹੈ। ਮੈਂ ਰੈਗੂਲੇਟਰ 'ਚ ਐਤਕੀ ਮੀਟਿੰਗ ਵੀ ਅਟੈਂਡ ਕੀਤੀ। ਮੈਂ ਰੈਗੂਲੇਟਰ ਕਿਹਾ ਸੀ ਵੀ ਤੁਸੀਂ 5-7 ਸਾਲ ਰੁਕ ਜਾਓ। ਜਿੰਨੀ ਪਾਵਰ ਅਸੀਂ ਅੱਜ ਯੂਜ਼ ਕਰਦੇ ਪਏ, ਹੋ ਸਕਦਾ ਇਸ ਪਾਵਰ ਯੂਜ਼ ਕਰਨੀ ਬਹੁਤ ਘੱਟ ਜਾਏਗੀ। ਕਿਉਂ? ਨਵੀਂ ਜਨਰੇਸ਼ਨ ਇੰਡਸਟਰੀ 'ਚ ਨਹੀਂ ਆ ਰਹੀ। ਹੁਣ ਅਸੀਂ ਲੋਕ ਵੀ ਕਿੰਨੀ ਦੇਰ ਕੰਮ ਮਿਹਨਤ ਕਰ ਲਾਂਗੇ। ਜੇ ਨਵੀਂ ਜਨਰੇਸ਼ਨ ਨਹੀਂ ਆਏਗੀ ਤਾਂ ਮੇਰੇ ਖਿਆਲ ਅਸੀਂ ਆਪਣਾ ਕਾਰੋਬਾਰ ਵਧਾ ਨਹੀਂ ਸਕਾਂਗੇ। ਨਵੀਂ ਜਨਰੇਸ਼ਨ ਵਾਸਤੇ ਕਾਰੋਬਾਰ ਵਧਾਇਆ ਜਾਂਦਾ ਹੈਗਾ, ਤੇ ਨਵੀਂ ਜਨਰੇਸ਼ਨ ਬਾਹਰ ਨੂੰ ਤੁਰੀ ਹੈ। ਸਾਡੇ ਜਵਾਨੀ ਵੀ ਗਈ, ਪੜ੍ਹਾਈ ਵੀ ਗਈ, ਸਾਡੇ ਕੋਲ ਪੈਸੇ ਵੀ ਬੱਚੇ ਲੈ ਗਏ, ਸਾਡੀ ਕੰਮ ਕਰਨ ਦੀ ਸਮਰੱਥਾ ਵੈਸੇ ਹੀ ਘਟ ਗਈ। ਜੇ ਸਾਡੀ ਕੰਮ ਕਰਨ ਦੀ ਸਮਰੱਥਾ ਘਟੇਗੀ ਤੇ ਸਰਕਾਰ ਦਾ ਰੈਵਨਿਊ ਘਟੇਗਾ, ਸਰਕਾਰ ਨੂੰ ਵੀ ਨਾਲ ਨੁਕਸਾਨ ਹੈਗਾ। ਇਸ ਵਾਸਤੇ ਅਸੀਂ ਸਰਕਾਰ ਨੂੰ ਇਹ ਕਿਹਾ ਸੀ ਵੀ ਰੇਟ ਨਾ ਵਧਾਏ ਜਾਣ। ਔਰ ਸਾਨੂੰ ਅਸੀਂ ਸੀਐਮ ਨੂੰ ਵੀ ਇਹ ਗੱਲ ਕਹੀ ਵੀ ਰੈਗੂਲੇਟਰ ਜਿਹੜਾ ਨਾ ਪ੍ਰਾਈਸ ਟੈਰਿਫ ਵਧਾ ਰਿਹਾ, ਕਹਿੰਦਾ ਅਸੀਂ ਨਾ ਪ੍ਰਾਈਸ ਨਹੀਂ ਵਧਣ ਦੇਵਾਂਗੇ। ਇਹ ਸੀਐਮ ਦੀ ਵਰਸ਼ਨ ਸੀ ਸਾਡੇ ਨਾਲ। ਮੈਂ ਕਿਹਾ ਰੈਗੂਲੇਟਰ ਵੀ ਤਾਂ ਸਾਡਾ ਹੀ ਹੈ ਨਾ। ਹੁਣ ਸਾਡੇ ਨਾਲ ਸੀਐਮ ਸਾਹਿਬ ਨੇ ਵਾਅਦਾ ਕੀਤਾ, ਸਾਡੀ ਮੀਟਿੰਗ 20 ਤਰੀਕ ਤੋਂ ਬਾਅਦ ਦੀਆਂ ਨੇ। ਵੈਸੇ ਤਾਂ ਪਰਸੋਂ ਕੈਬਨਿਟ ਦੀ ਮੀਟਿੰਗ ਜਲੰਧਰ ਹੈਗੀ ਆ, ਪਰ ਇੱਥੇ ਖੱਪਖਾਨੇ ਜਿੱਦਾਂ ਇਹ ਗੱਲਾਂ ਨਹੀਂ ਹੁੰਦੀਆਂ। ਇਹ ਪਰਸਨਲ ਮੀਟਿੰਗ ਹੋਣ ਉਹਦੇ ਤੇ ਹੀ ਕੀਤਾ ਜਾਏ। ਔਰ ਅਸੀਂ ਕੋਸ਼ਿਸ਼ ਕਰਾਂਗੇ। ਸਾਨੂੰ ਸੀਐਮ ਸਾਹਿਬ ਨੇ ਵਾਅਦਾ ਕੀਤਾ ਵੀ ਅਸੀਂ ਜਿਹੜਾ ਨਾ ਬਿਜਲੀ ਦੇ ਰੇਟ ਨਹੀਂ ਵਧਣ ਦਿਆਂਗੇ। ਇੱਕ ਗੱਲ ਜੋ ਕਿ ਜਿਹੜੀ ਪਾਵਰ ਸੀ ਫ੍ਰੀ ਦਿੱਤੀ ਹੈ, ਜਿਹੜੀ ਪਾਵਰ ਫ੍ਰੀ ਉਹਦੇ ਵੀ ਰੇਟ ਵੱਧ ਹੀ ਗਿਆ ਨਾ। ਉਹ ਤਾਂ ਸਰਕਾਰ ਦੇਗੀ ਨਾ ਪੈਸੇ, ਤੇ ਉਹ ਸਰਕਾਰ ਪੈਸੇ ਕਿੱਥੋਂ? ਸਰਕਾਰ ਪੈਸੇ ਤਾਂ ਇੰਡਸਟਰੀ ਤੋਂ ਪੂਰੇ ਕਰੇਗੀ ਨਾ, ਜਾਂ ਆਮ ਪਬਲਿਕ ਤੋਂ ਕਰੇਗੀ। ਇਸ ਵਾਰ ਸਰਕਾਰ ਨੂੰ ਨਹੀਂ ਚਾਹੀਦਾ ਹੈਗਾ ਬਹੁਤਾ ਹੋਰ ਬੋਝ ਨਹੀਂ ਪਾਉਣਾ ਚਾਹੀਦਾ ਇੰਡਸਟਰੀ ਤੇ ਵੀ, ਆਮ ਪਬਲਿਕ ਤੇ ਵੀ, ਜੋ ਅੱਜ ਪੰਜਾਬ ਦੇ ਹਾਲਾਤ ਚੱਲ ਰਹੇ ਨੇ। ਬਾਕੀ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਵੀ ਜੇ ਟੈਰਿਫ ਇਹਨੇ ਰੈਗੂਲੇਟਰ ਨੇ ਵਧਾ ਦਿੱਤੇ ਨੇ, ਅਸੀਂ ਵਧਣ ਨਹੀਂ ਦਿਆਂਗੇ ਇੰਡਸਟਰੀ ਵਾਸਤੇ ਪ੍ਰਾਈਸ। ਬਾਕੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਵਾਅਦਾ ਸਾਡੇ ਨਾਲ ਸੀਐਮ ਸਾਹਿਬ ਨੇ ਇਹੋ ਹੀ ਕੀਤਾ ਹੈਗਾ। ਚਲੋ ਤੁਹਾਡੀ ਗੱਲ ਵੀ ਠੀਕ ਹੈਗੀ ਹੈ ਵੀ ਇਲੈਕਸ਼ਨ ਤੋਂ ਪਹਿਲਾਂ ਕੁਝ ਨਹੀਂ ਨਾ ਕੀਤਾ, ਇਲੈਕਸ਼ਨ ਤੋਂ ਬਾਅਦ ਯਕਦਮ ਹੀ ਇਹਨਾਂ ਕਰਤਾ। ਇਹ ਤਾਂ ਮਾੜੀ ਗੱਲ ਹੈਗੀ। ਕਮ ਸੇ ਕਮ ਫਿਰ ਵੀ ਸਾਡੇ ਨਾਲ ਸਲਾਹ, ਇੰਡਸਟਰੀ ਨਾਲ ਸਲਾਹ ਕਰ ਲੈਂਦੇ, ਜਿਹਦੇ ਨਾਲ कि ਅਸੀਂ। विकास मठाड़ू और अमनदीप रेहल की विशेष रिपोर्ट।